ਅੱਜ ਹੈ ਮਾਰਚ ਦੀ 8 ਤਾਰੀਖ ਤੇ ਸੋਮਵਾਰ ਦਾ ਦਿਨ ਤੇ ਅੱਜ ਹੈ ਜੀ ਹੈਪੀ ਇੰਟਰਨੈਸ਼ਨਲ ਵਿਮਨਸ ਡੇ। ਤੁਹਾਨੂੰ ਸਾਰਿਆਂ ਨੂੰ ਹੈਪੀ ਇੰਟਰਨੈਸ਼ਨਲ ਵਿਮਨਸ ਡੇ। ਸੋ ਅੱਜ ਜਿਹੜਾ ਰੋਸ਼ਨੀ ਪ੍ਰੋਗਰਾਮ ਹੈ ਇਹ ਬਹੁਤ ਹੀ ਖਾਸ ਹੈ। ਸਭ ਤੋਂ ਪਹਿਲਾਂ ਦੋ ਲਾਈਨਾਂ ਤੁਹਾਡੇ ਲਈ ਜ਼ਰੂਰ ਮੈਂ ਪੇਸ਼ ਕਰਾਂਗੀ। ਬੁਲੰਦ ਜਜ਼ਬਿਆਂ ਨੂੰ ਕੋਈ ਤੂਫਾਨ ਰੋਕ ਨਹੀਂ ਸਕਦਾ, ਇਰਾਦਾ ਕਰ ਲਵੇ ਔਰਤ ਤੇ ਧਾਰ ਲਵੇ ਦਿਲ ਵਿੱਚ, ਹਿਮਾਲਾ ਵੀ ਫਿਰ ਉਸ ਦੀ ਉਡਾਨ ਰੋਕ ਨਹੀਂ ਸਕਦਾ। ਅੱਜ ਇਹਨਾਂ ਹੀ ਲਾਈਨਾਂ ਦੀ ਤਰਜਮਾਨੀ ਕਰਦਾ ਸ਼ੋਅ ਮੈਂ ਤੁਹਾਡੇ ਲਈ ਪੇਸ਼ ਕਰਨ ਜਾ ਰਹੀ ਹਾਂ। ਅੱਜ ਰੈਡ FM ਦੇ ਇਸ ਰੋਸ਼ਨੀ ਪ੍ਰੋਗਰਾਮ ਦੇ ਉੱਤੇ ਸਜੇਗਾ ਨਾਰੀ ਸਨਮਾਨ ਦਾ ਮਹਾਮੰਚ। ਰੈਡ FM ਅੱਜ ਆਪਣੀ ਕਮਿਊਨਿਟੀ ਦੀਆਂ ਔਰਤਾਂ ਨੂੰ ਸੈਲੀਬ੍ਰੇਟ ਕਰ ਰਿਹਾ ਹੈ, ਉਹਨਾਂ ਦੇ ਕੀਤੇ ਕੰਮ ਨੂੰ, ਉਹਨਾਂ ਦੀਆਂ ਅਚੀਵਮੈਂਟਸ ਨੂੰ, ਉਹਨਾਂ ਦੀ ਕਾਮਯਾਬੀ ਨੂੰ, ਉਹਨਾਂ ਦੇ ਯੋਗਦਾਨ ਨੂੰ। ਜਿੱਦਾਂ ਮੈਂ ਕਿਹਾ ਕਿ ਅੱਜ ਰੋਸ਼ਨੀ ਦੇ ਵਿੱਚ ਸਜੇਗਾ ਨਾਰੀ ਸਨਮਾਨ ਦਾ ਮਹਾਮੰਚ, ਜਿੱਥੇ ਮੇਰੇ ਨਾਲ ਸ਼ਾਮਲ ਹੋਣਗੀਆਂ ਕਮਿਊਨਿਟੀ ਦੀਆਂ ਬਹੁਤ ਹੀ ਖਾਸ ਔਰਤਾਂ ਜਿਨ੍ਹਾਂ ਨੇ ਆਪਣੇ ਕੰਮ ਨਾਲ ਆਪਣੀ ਇੱਕ ਖਾਸ ਪਹਿਚਾਣ ਬਣਾਈ ਹੈ, ਜਿਨ੍ਹਾਂ ਨੇ ਇੱਕ ਯੋਗਦਾਨ ਪਾਇਆ, ਇੱਕ ਕੰਟਰੀਬਿਊਟ ਕੀਤਾ ਸੁਸਾਇਟੀ ਨੂੰ, ਨਵੀਆਂ ਪੈੜਾਂ ਪਾਈਆਂ ਨੇ, ਨਵੇਂ ਰਾਹ ਸਿਰਜੇ ਨੇ ਤੇ ਉਹਨਾਂ ਰਾਹਾਂ 'ਤੇ ਚੱਲਣ ਲਈ ਬਹੁਤ ਸਾਰੀਆਂ ਹੋਰ ਯੰਗ ਔਰਤਾਂ ਨੂੰ ਉਹਨਾਂ ਨੂੰ ਪ੍ਰੇਰਨਾ ਵੀ ਦਿੱਤੀ ਹੈ, ਉਹਨਾਂ ਨੂੰ ਮੋਟੀਵੇਟ ਕੀਤਾ, ਇੰਸਪਾਇਰ ਕੀਤਾ। ਔਰ ਜਿੰਨੀਆਂ ਵੀ ਔਰਤਾਂ ਅੱਜ ਰੋਸ਼ਨੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ, ਉਹਨਾਂ ਨੇ ਆਪਣੇ ਆਪਣੇ ਫੀਲਡ ਦੇ ਵਿੱਚ ਕਾਮਯਾਬੀ ਦੇ ਝੰਡੇ ਗੱਡੇ ਨੇ। ਔਰ ਐਸੇ ਫੀਲਡ ਨੇ ਕਿ ਜਿਨ੍ਹਾਂ ਦੇ ਵਿੱਚ ਕਿਹਾ ਜਾਂਦਾ ਸੀ ਕਿ ਕਦੇ ਮੇਲਸ ਦੀ ਸਰਦਾਰੀ ਸੀ, ਮੇਲ ਡੋਮੀਨੇਟ ਕਰਦੇ ਸੀ, ਪਰ ਅੱਜ ਗੱਲਬਾਤ ਕਰਾਂਗੇ ਅਸੀਂ ਉਹਨਾਂ ਦੇ ਨਾਲ, ਉਹਨਾਂ ਦੇ ਸੰਘਰਸ਼ ਦੀ ਕਹਾਣੀ ਸੁਣਾਂਗੇ। ਉਹਨਾਂ ਨੇ ਕੀ ਚੈਲੰਜਸ ਫੇਸ ਕੀਤੇ, ਆਪਣੇ ਆਤਮ ਵਿਸ਼ਵਾਸ ਦੇ ਨਾਲ ਉਹਨਾਂ ਨੇ ਕਿਸ ਤਰ੍ਹਾਂ ਓਵਰਕਮ ਕੀਤੀਆਂ ਉਹ ਸਾਰੀਆਂ ਚੈਲੰਜਸ, ਉਹ ਸਾਰੀਆਂ ਚੁਣੌਤੀਆਂ ਜੋ ਉਹਨਾਂ ਦੇ ਰਾਹ ਦੇ ਵਿੱਚ ਆਈਆਂ। ਅੱਜ ਗੱਲ ਕਰਾਂਗੇ ਵਿਮਨ ਇਕੁਐਲਿਟੀ ਦੀ। ਕੀ ਅਜੇ ਵੀ ਵਿਮਨ ਇਕੁਐਲਿਟੀ ਦੇ ਉੱਤੇ ਕੋਈ ਕੁਐਸਚਨ ਮਾਰਕ ਤਾਂ ਨਹੀਂ? ਜਦੋਂ ਗੱਲ ਆਉਂਦੀ ਹੈ ਪਾਵਰ ਤੇ ਪੇ ਦੀ, ਕਿਤੇ ਅਜੇ ਵੀ ਕੋਈ ਗੈਪ ਤਾਂ ਨਹੀਂ? ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੀ ਮੈਂ BC ਦੀ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਡਾਕਟਰ ਬੌਨੀ ਹੈਨਰੀ ਦੇ ਨਾਲ। ਜਦੋਂ ਉਹਨਾਂ ਨੂੰ ਅਸੀਂ ਪੁੱਛਿਆ ਕਿ ਇੰਟਰਨੈਸ਼ਨਲ ਵਿਮਨ ਡੇ ਦੇ ਉੱਤੇ ਕੀ ਸੁਨੇਹਾ ਹੈ ਉਹਨਾਂ ਦਾ ਰੈਡ FM ਸੁਣਨ ਵਾਲਿਆਂ ਨੂੰ, ਤਾਂ ਉਹਨਾਂ ਨੇ ਕੀ ਕਿਹਾ, ਆਓ ਸੁਣਦੇ ਹਾਂ। Hello, I'm Dr. Bonnie Henry, BC's Provincial Health Officer. Today, on International Women's Day, we honour the achievements of women and girls everywhere. It is a day where I reflect on all of the incredible women I have been blessed to have guided and supported me in my life's journey. My mother, my sisters, friends, and the many mentors who have encouraged me along the way. Let's celebrate the many women who are making a difference, strengthening the fabric of our communities and inspiring us every day. ਰੈਡ FM ਸੁਣ ਰਹੇ ਜੀ ਤੁਸੀਂ, ਰੋਸ਼ਨੀ ਪ੍ਰੋਗਰਾਮ ਵਿੱਚ ਸ਼ਾਮਲ ਹੋ। ਅੱਜ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਸੀ ਇੰਟਰਨੈਸ਼ਨਲ ਵਿਮਨ ਡੇ ਤੇ ਅੱਜ ਰੋਸ਼ਨੀ ਦੇ ਵਿੱਚ ਸਜਿਆ ਹੈ ਨਾਰੀ ਸਨਮਾਨ ਦਾ ਮਹਾਮੰਚ ਤੇ ਮੇਰੇ ਨਾਲ ਨੇ ਕਮਿਊਨਿਟੀ ਦੀਆਂ ਕੁਝ ਖਾਸ ਔਰਤਾਂ ਜਿਨ੍ਹਾਂ ਨੂੰ ਰੈਡ FM ਸੈਲੀਬ੍ਰੇਟ ਕਰ ਰਿਹਾ ਹੈ, ਉਹਨਾਂ ਦੀ ਕਾਮਯਾਬੀ ਨੂੰ, ਉਹਨਾਂ ਦੇ ਸੰਘਰਸ਼ ਨੂੰ, ਕੀ ਚੁਣੌਤੀਆਂ ਉਹਨਾਂ ਦੇ ਰਾਹ ਦੇ ਵਿੱਚ ਆਈਆਂ ਤੇ ਕਿਸ ਤਰ੍ਹਾਂ ਉਹਨਾਂ ਨੇ ਚੁਣੌਤੀਆਂ ਨੂੰ ਸਰ ਕੀਤਾ, ਕੁਛ ਨਵੀਆਂ ਪੈੜਾਂ ਵੀ ਪਾਈਆਂ ਤੇ ਉਹਨਾਂ 'ਤੇ ਚੱਲਣ ਲਈ ਲੋਕਾਂ ਨੂੰ ਮਜਬੂਰ ਵੀ ਕੀਤਾ। ਮੇਰੇ ਨਾਲ ਮੇਰੇ ਗੈਸਟ ਸ਼ਾਮਲ ਹੋ ਚੁੱਕੇ ਨੇ। ਮੇਰੇ ਨਾਲ ਨੀਨੂ ਕੰਗ ਹਨ, ਜਿਹੜੇ ਐਸੋਸੀਏਟ ਡਾਇਰੈਕਟਰ ਨੇ ਐਂਡਿੰਗ ਵਾਇਲੈਂਸ ਐਸੋਸੀਏਸ਼ਨ ਆਫ ਬ੍ਰਿਟਿਸ਼ ਕੋਲੰਬੀਆ ਦੇ। ਔਰ ਨੀਨੂ ਕੰਗ ਦੀ ਮੈਂ ਜੇ ਗੱਲ ਕਰਾਂ ਤਾਂ ਵਿਮਨ ਰਿਸਰਚ ਸੈਂਟਰ ਦੀ ਗੱਲ ਹੋਵੇ ਜਾਂ ਵਿਮਨ ਸਪੋਰਟ ਸਰਵਿਸਿਜ਼ ਦੀ ਗੱਲ ਹੋਵੇ, ਆਪਣੇ ਕਰੀਅਰ ਦੇ ਵਿੱਚ ਨੀਨੂ ਨੇ ਬਹੁਤ ਸਾਰੇ ਲੀਡਰਸ਼ਿਪ ਰੋਲਸ ਜਿਹੜੇ ਨੇ ਉਹ ਨਿਭਾਏ ਨੇ। ਨੀਨੂ ਜਿਹੜੇ ਨੇ ਫਾਊਂਡਿੰਗ ਮੈਂਬਰ ਨੇ ਪੰਜਾਬੀ ਵਿਮਨਸ ਐਸੋਸੀਏਸ਼ਨ ਦੇ, ਸਾਊਥ ਏਸ਼ੀਅਨ ਕਮਿਊਨਿਟੀ ਅਗੇਂਸਟ ਯੂਥ ਵਾਇਲੈਂਸ ਦੇ ਤੇ ਕੋ-ਚੇਅਰਡ ਹਨ ਐਂਡਿੰਗ ਰਿਲੇਸ਼ਨਸ਼ਿਪ ਅਬਿਊਜ਼ ਸੁਸਾਇਟੀ ਆਫ BC ਦੇ। ਨੀਨੂ, ਬਹੁਤ ਸਵਾਗਤ ਰੋਸ਼ਨੀ ਪ੍ਰੋਗਰਾਮ ਦੇ ਅੱਜ ਦੇ ਸਪੈਸ਼ਲ ਫੀਚਰ ਵਿੱਚ। Thank you very much, Jasmine. Good afternoon. Good to be here with you. Thank you, ਨੀਨੂ। ਤੁਹਾਡੇ ਨਾਲ ਮੈਂ ਗੱਲ ਕਰਾਂਗੀ ਥੋੜ੍ਹੀ ਜਿਹੀ, ਕਿਉਂਕਿ ਤੁਸੀਂ ਬਹੁਤ ਸਾਰੇ ਲੀਡਰਸ਼ਿਪ ਰੋਲ ਨਿਭਾਏ ਨੇ। ਯੂ ਆਰ ਐਡਵੋਕੇਟ ਆਫ ਵਿਮਨ ਰਾਈਟਸ। ਤੁਹਾਨੂੰ ਲੱਗਦਾ ਹੈ ਕਿ ਵਿਮਨ ਅੱਜ ਵੀ ਪਾਵਰ ਤੇ ਪੇ ਗੈਪ ਦੇ ਨਾਲ ਸਟਰਗਲ ਕਰ ਰਹੀ ਹੈ? ਜੇ ਮੈਂ ਤੁਹਾਨੂੰ ਇਹ ਕਹਾਂ ਕਿ ਵਿਮਨ ਇੱਕ CEO ਵੀ ਹੈ, ਵਿਮਨ ਇੱਕ ਬਿਜ਼ਨਸ ਓਨਰ ਵੀ ਹੈ, ਔਰ ਐਸੀਆਂ ਜਗ੍ਹਾ 'ਤੇ ਔਰਤ ਨੇ ਆਪਣੇ ਮੁਕਾਮ ਬਣਾਏ ਨੇ, ਲੇਕਿਨ ਜਦੋਂ ਗੱਲ ਆਉਂਦੀ ਹੈ ਪਾਵਰ ਦੀ, ਜਦੋਂ ਗੱਲ ਆਉਂਦੀ ਹੈ ਪੇ ਗੈਪ ਦੀ, ਤਾਂ ਅਜੇ ਵੀ ਇੱਕ ਸਟਰਗਲ ਹੈ। ਤੁਸੀਂ ਕਿਸ ਤਰ੍ਹਾਂ ਐਡਰੈਸ ਕਰਦੇ ਹੋ ਇਸ ਇਸ਼ੂ ਨੂੰ? Jasmine, that's a really good point. ਜੇ ਤਾਂ ਆਪਾਂ ਦੇਖੀਏ ਕਿ ਕੁਝ ਔਰਤਾਂ ਸਾਹਮਣੇ ਆ ਗਈਆਂ ਜਾਂ ਮੁਰੇ ਆ ਗਈਆਂ, ਜਾਂ ਲਾਈਕ ਐਸ ਜਦੋਂ ਆਪਾਂ ਇੰਗਲਿਸ਼ 'ਚ ਕਹਿ ਦਈਦਾ ਬ੍ਰੇਕਿੰਗ ਦ ਸੀਲਿੰਗ, ਐਂਡ ਕੁਝ ਔਰਤਾਂ ਉਹਦੇ ਥਰੂ ਜਾ ਕੇ you know, in a humble way, I want to say ਕਿ ਸਾਨੂੰ ਮੌਕਾ ਮਿਲਿਆ, ਚਾਂਸ ਮਿਲਿਆ ਤੇ ਚਲੋ ਜੀ ਅਸੀਂ ਇੱਥੇ ਪਹੁੰਚ ਗਏ ਤੇ ਕੁਝ ਕੰਮ ਵੀ ਕੀਤਾ।
ਲੇਕਿਨ ਦੇਖਣ ਵਾਲੀ ਗੱਲ ਇਹ ਹੈਗੀ ਆ ਕਿ ਜੇ ਤੁਸੀਂ ਆਮ ਔਰਤਾਂ ਨੂੰ ਦੇਖਦੇ ਹੋ, ਆਮ ਔਰਤਾਂ ਨੂੰ ਆਪਾਂ ਇਹ ਦੇਖਦੇ ਹਾਂ ਕਿ 50% of the women ਆਪਣੀ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਵਾਇਲੈਂਸ ਐਕਸਪੀਰੀਅੰਸ ਕਰਨਗੀਆਂ। ਦੂਸਰੀ ਗੱਲ ਆ ਜਿਹੜੀ ਜਿੱਥੇ ਆ ਗਈ ਪੇ ਪੈਰਿਟੀ ਦੀ ਤੁਸੀਂ ਗੱਲ ਕਰਦੇ ਆ, ਔਰਤਾਂ ਜਿਹੜਾ ਉਹੀ ਕੰਮ ਜਿਹੜੇ ਮਰਦ ਕਰਦੇ ਆ ਉਹਨਾਂ ਦੇ ਹਿਸਾਬ ਦੇ ਵਿੱਚ ਹਲੇ ਵੀ ਉਹ 70 percentile ਦੇ ਵਿੱਚ ਬੈਠੀਆਂ ਆ। $1 ਤੇ ਉਹਨਾਂ ਨੂੰ 70 ਸੈਂਟ ਮਿਲ ਰਹੇ ਆ ਔਨ ਐਵਰੇਜ। ਫਿਗਰਸ ਥੋੜੇ ਜਿਹੇ ਅਪ ਐਂਡ ਡਾਊਨ ਚਲੇ ਜਾਂਦੇ ਆ। ਸੋ ਮੈਂ ਇਹ ਦੇਖਦੀ ਹਾਂ ਕਿ ਹਾਂਜੀ ਆਹ ਦਿਨ ਆ, ਇਟਸ ਅ ਵੰਡਰਫੁਲ ਡੇ ਟੂ ਸੈਲੀਬ੍ਰੇਟ। ਔਰ ਮੈਂ ਜਦੋਂ ਸਵੇਰੇ ਉੱਠੀ ਆ ਮੈਂ ਆਪਣੀ ਦਾਦੀ ਜੀ ਬਾਰੇ ਸੋਚ ਰਹੀ ਸੀ, ਐਂਡ ਆਮ ਸ਼ੋਰ ਹਰ ਆਦਮੀ, ਹਰ ਇਨਸਾਨ ਜਦੋਂ ਇੰਟਰਨੈਸ਼ਨਲ ਵੂਮਨਸ ਡੇ ਬਾਰੇ ਗੱਲ ਕਰਦਾ ਉਹਦੇ ਦਿਮਾਗ ਦੇ ਵਿੱਚ ਕੋਈ ਇੱਕ ਔਰਤ ਜਾਂ ਕਈ ਔਰਤਾਂ ਆਉਂਦੀਆਂ ਜਿਨ੍ਹਾਂ ਨੇ ਆਪਣੇ ਟਾਈਮ ਦੇ ਵਿੱਚ ਆਪਣੀ ਮਤਲਬ ਹੋਣ ਦੇ ਵਿੱਚ ਉਹਨਾਂ ਨੇ ਆਪਣੀ ਕਮਿਊਨਿਟੀ ਲਈ, ਆਪਣੇ ਪਰਿਵਾਰ ਲਈ ਬਹੁਤ ਕੁਝ ਕੀਤਾ। ਸੋ ਅਸੀਂ ਤਾਂ ਉਹਨਾਂ ਔਰਤਾਂ ਦੇ ਸਾਹਮਣੇ ਜੇ ਸੋਚਿਆ ਜਾਈਏ ਜਿੱਦਾਂ ਮੇਰੀ ਦਾਦੀ ਔਰ ਤੁਹਾਡੀਆਂ ਆਪਣੀਆਂ ਜਿਹੜੀਆਂ ਬਜ਼ੁਰਗ ਔਰਤਾਂ ਸੀ, ਸ਼ਾਇਦ ਉਹਨਾਂ ਦੇ ਸਾਹਮਣੇ ਅਸੀਂ ਬਹੁਤ ਛੋਟੇ ਆ, ਲੇਕਿਨ ਸਾਨੂੰ ਮੌਕਾ ਮਿਲਿਆ। ਸੋ ਜੇ ਆਪਾਂ ਗੱਲ ਕਰਦੇ ਹਾਂ ਕਿ ਔਰਤਾਂ ਹੁਣ ਕਿੱਥੇ ਖੜੀਆਂ ਆ ਔਰ ਗਾਂ ਫਿਊਚਰ ਕੀ ਹੈਗਾ ਆ, ਇਹ ਗੱਲ ਨੋਟ ਕਰਨ ਵਾਲੀ ਆ ਕਿ ਆਪਾਂ ਕੁਝ ਔਰਤਾਂ ਜਿਨ੍ਹਾਂ ਨੂੰ opportunity ਮਿਲੀ ਔਰ ਉਹਨਾਂ ਨੇ ਉਹ opportunity ਲੈ ਕੇ ਉਹਦੇ ਨਾਲ ਕੁਝ ਕੀਤਾ, ਇਹ ਆਪਾਂ ਗਲਤ ਨਾ ਸਮਝੀਏ ਕਿ ਸਾਰੀਆਂ ਔਰਤਾਂ ਬਰਾਬਰ ਹੋ ਗਈਆਂ। ਜਾਂ ਕਈ ਵਾਰੀ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਕਹਿੰਦੇ ਆ ਬਈ ਹੁਣ ਤਾਂ ਔਰਤਾਂ ਨੇ ਸੰਭਾਲ ਲਈ ਦੁਨੀਆ। ਔਰ ਆਪਾਂ ਇਹ ਦੇਖੀਏ ਕਿ ਹਲੇ ਵੀ ਮਰਦ ਪ੍ਰਧਾਨ ਸੁਸਾਇਟੀ ਦੇ ਵਿੱਚ ਆਪਾਂ ਰਹਿੰਦੇ ਆ। ਜਿਹੜੀ ਸਾਡੀ ਡੇ ਟੂ ਡੇ ਲਿਵਿੰਗ ਆ, ਐਵਰੇਜ ਘਰ ਆ ਕੇ ਕੰਮ ਕੌਣ ਕਰਦਾ, ਰੋਟੀ ਕੌਣ ਬਣਾਉਂਦਾ, ਰੋਟੀ ਪਾਣੀ ਦਾ, ਘਰ ਦਾ ਖਿਆਲ, ਬੱਚਿਆਂ ਦਾ ਖਿਆਲ, ਬਾਹਰ ਕੰਮ ਕਰਨਾ, ਕਰੀਅਰ 'ਚ ਐਡਵਾਂਸਮੈਂਟ ਲੈਣੀ, ਇਹ ਸਾਰੇ ਪ੍ਰੈਸ਼ਰ ਹਲੇ ਵੀ ਆਮ ਤੌਰ ਤੇ ਔਰਤਾਂ ਤੇ ਹੈਗੇ ਆ। ਮੈਂ ਇਹ ਗੱਲ ਨੂੰ ਅਕਨੋਲੇਜ ਕਰਾਂਗੀ ਕਿ ਹੁਣ ਕਈ ਜਿਹੜੀ ਨਵੀਂ ਪੀੜ੍ਹੀਆਂ ਦੇ ਵਿੱਚ ਰਿਸ਼ਤਿਆਂ ਦੇ ਤੁਸੀਂ ਡਾਇਨਾਮਿਕਸ ਦੇਖਦੇ ਹੋ, ਤੁਸੀਂ ਦੇਖਦੇ ਆ ਕਿ ਸਾਡੇ ਯੰਗ ਮੈਨ ਹੈਗੇ ਆ, ਉਹ ਔਰਤਾਂ ਦੇ ਨਾਲ ਬੜੀ ਬਰਾਬਰਤਾ, ਕਈ ਯੰਗ ਲੜਕੇ, ਮੈਂ ਉਹਨਾਂ ਨੂੰ ਵੀ ਅਕਨੋਲੇਜ ਕਰਨਾ ਚਾਹਾਂਗੀ। ਪਰ ਆਪਾਂ ਇਹ ਦੇਖਣਾ ਵੀ ਹਲੇ ਵੀ ਹੈਵ ਅ ਲੌਂਗ ਵੇ ਟੂ ਗੋ ਸਟਿਲ। ਜੀ ਨੀਨੋ, ਤੁਹਾਡੇ ਇਸੇ ਗੱਲ ਦੇ ਵਿੱਚੋਂ ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ, ਜੈਂਡਰ ਬੇਸਡ ਰੋਲਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤੁਸੀਂ ਕਿਹਾ ਕਿ ਬਹੁਤ ਸਾਰੇ ਯੰਗ ਮੈਨ ਨੇ ਜਿਹੜੇ ਕੰਮ ਕਰਾਉਂਦੇ ਨੇ, ਪਰ ਕਈ ਘਰਾਂ ਦੇ ਵਿੱਚ ਇਸ ਤਰ੍ਹਾਂ ਵੀ ਹੈਗਾ ਕਿ ਜੇ ਆਪਾਂ ਮਰਦ ਦੀ ਗੱਲ ਕਰਦੇ ਹਾਂ ਸ਼ਾਇਦ ਉਹ ਸਟੇ ਹੋਮ ਡੈਡ ਹੈਗਾ, ਹੈ ਨਾ, ਹਸਬੈਂਡ ਦੀ ਜੇ ਗੱਲ ਕਰਦੇ ਹਾਂ, ਤੇ ਔਰਤ ਹੈ ਜਿਹੜੀ ਉਹ ਘਰ ਦਾ ਕੰਮ ਛੱਡ ਕੇ ਬਾਹਰ ਦਾ ਕੰਮ ਕਰ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿ ਸਾਡੀ ਸੁਸਾਇਟੀ ਦੇ ਵਿੱਚ ਅਜੇ ਵੀ ਉਹਨਾਂ ਨੂੰ ਉਹ ਸਟੀਰੀਓਟਾਈਪਸ, ਕਮੈਂਟਸ ਜਿਹੜੇ ਨੇ ਫੇਸ ਕਰਨੇ ਪੈਂਦੇ ਨੇ ਕਿ ਲੈ ਤੂੰ ਤਾਂ ਜਨਾਨੀ ਬਣ ਗਿਆ, ਤੂੰ ਤਾਂ ਘਰੇ ਬੈਠਾ ਹੋਇਆ, ਤੇ ਔਰਤ ਹੈ ਜਿਹੜੀ ਇਹ ਤੇਰੀ ਬੰਦਿਆਂ ਵਾਂਗੂ ਬਾਹਰ ਜਾ ਕੇ ਕੰਮ ਕਰ ਰਹੀ ਹੈ। ਤੁਹਾਨੂੰ ਲੱਗਦਾ ਹੈ ਕਿ ਸਾਡੀ ਸੁਸਾਇਟੀ ਦੇ ਵਿੱਚ ਕਿ ਜੇ ਔਰਤ ਬ੍ਰੈਡ ਵਿਨਰ ਹੈ ਉਹਨੂੰ ਐਕਸੈਪਟ ਕੀਤਾ ਜਾ ਰਿਹਾ ਹੈ ਕਿ ਅਜੇ ਵੀ ਨਹੀਂ? ਜਿੱਥੇ ਤੱਕ ਤਾਂ ਰਿਸ਼ਤੇ ਦੀ, ਇੰਡੀਵਿਜੂਅਲ ਰਿਸ਼ਤੇ ਦੀ ਗੱਲ ਆਉਂਦੀ ਹੈ ਨਾ, ਉੱਥੇ ਤਾਂ ਮੈਂ ਕਈ ਰਿਸ਼ਤਿਆਂ ਦੇ ਵਿੱਚ ਦੇਖਦੀ ਹਾਂ, ਕਈ ਆਦਮੀਆਂ ਨਾਲ ਵੀ ਗੱਲ ਕਰੀਦੀ ਆ। ਆਈ ਥਿੰਕ ਦੇयर ਆਰ ਅ ਲੋਟ ਆਫ ਇੰਡੀਵਿਜੂਅਲ ਮੈਨ ਜਿਹੜੇ ਕਿ ਇੰਜੋਏ ਕਰ ਰਹੇ ਨੇ ਕਿ ਉਹਨਾਂ ਦੀ ਪਾਰਟਨਰ, ਫੀਮੇਲ ਪਾਰਟਨਰ, ਕਿ ਉਹ ਬਰਾਬਰ ਇਨਕਮ ਲਿਆ ਰਹੀ ਆ, ਜਾਂ ਉਹ ਪੜ੍ਹ ਕੇ ਉਹਨੇ ਪਾਰਟਿਕੂਲਰ ਸਟੇਟਸ ਗੇਨ ਕਰ ਲਿਆ ਜਾਂ ਕੁਛ ਹੈ ਨਾ ਜੀ। ਲੇਕਿਨ ਜਿੱਥੇ ਗੱਲ ਆਉਂਦੀ ਆ ਵੀ ਦੁਨੀਆ ਕੀ ਕਹੂਗੀ ਔਰ ਕੀ ਹੈਗਾ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਇੰਨੇ ਮੁਹਾਵਰੇ ਬਣੇ ਹੋਏ ਆ ਆਪਣੀ ਕਮਿਊਨਿਟੀ ਦੇ ਵਿੱਚ, ਇੰਨੇ ਗਾਣੇ ਬਣੇ ਹੋਏ ਆ ਜਿਹੜੇ ਕਿ ਅਸੀਂ ਭੁੱਲੀਏ ਵੀ ਤਾਂ ਸਾਨੂੰ ਭੁੱਲ ਨਹੀਂ ਸਕਦੇ, ਕਿਉਂਕਿ ਉਹ ਬਾਰ-ਬਾਰ ਸਾਡੇ ਕੰਨਾਂ ਦੇ ਵਿੱਚ ਗੂੰਜਦੇ ਆ। ਸੋ ਜਿਹੜਾ ਕਲਚਰਲ ਪੱਖ ਤੇ ਜਨਾਨੀ ਨੂੰ ਥੱਲੇ ਰੱਖਣਾ, ਜਨਾਨੀ ਪੈਰ ਦੀ ਜੁੱਤੀ, ਇਹਦੇ ਗੁੱਤ ਪਿੱਛੇ ਮੱਤ, ਆਲ ਦੀਜ਼ ਜਿਹੜੀਆਂ ਮੁਹਾਵਰੇ ਆ, ਇਹ ਹਲੇ ਵੀ ਭਾਵੇਂ ਕੋਈ ਜੋਕ ਕਰਕੇ ਕਿਉਂ ਨਾ ਕਵੇ, ਹਨਾ, ਅੱਛਾ ਬਈ ਯਾਰ ਹੁਣ ਤਾਂ ਤੂੰ ਬਸ ਉਹਦੇ ਮਗਰ ਲੱਗ ਗਿਆ, ਭਾਵੇਂ ਕੋਈ ਏਡੀ ਛੋਟੀ ਜਿਹੀ ਕੋਈ ਮਖੌਲ ਦੇ ਵਿੱਚ ਕਿਉਂ ਨਾ ਕਵੇ, ਲੇਕਿਨ ਇਹਦੇ ਪਿੱਛੇ ਬਹੁਤ ਬੜਾ ਮਾਇਨਾ ਆ, ਬਹੁਤ ਬੜਾ ਮੀਨਿੰਗ ਆ ਇਹਦੇ ਪਿੱਛੇ। ਕਿਉਂਕਿ ਉਹ ਜੇ ਤੁਸੀਂ ਹੁਣ ਆਪਾਂ ਤਾਂ ਮਰਦ ਹੈ ਨੀ ਗੇ, ਪਰ ਮੈਂ ਸੋਚਦੀ ਹਾਂ ਕਿ ਜਿਹੜੇ ਮਰਦ ਆ ਬੇਸ਼ੱਕ ਉਹਨੂੰ ਹਾਸੇ 'ਚ ਲੈ ਲੈਣ, ਪਰ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਗੱਲ ਜਾ ਕੇ ਜ਼ਰੂਰ ਬੈਠੂਗੀ ਔਰ ਉਹ ਗੱਲ ਉਹਨਾਂ ਨੂੰ ਸਵਾਲ ਪੁੱਛੂਗੀ ਕਿ ਕੀ ਤੂੰ ਅਸਲ ਮਰਦ ਹੈਗਾ ਆ? ਜਦੋਂ ਕੋਈ ਤੁਹਾਨੂੰ ਕਹੂਗਾ ਉਹ ਸਵਾਲ, ਉਹਨਾਂ ਦਾ ਆਪਣਾ ਜ਼ਮੀਰ ਉਹਨਾਂ ਨੂੰ ਉਹ ਸਵਾਲ ਪੁੱਛੂਗਾ। ਔਰ ਇਹ ਚੀਜ਼ਾਂ ਹਲੇ ਆਪਾਂ ਸਮਾਜ ਦੇ ਵਿੱਚੋਂ ਨਹੀਂ ਕੱਢੀਆਂ ਗਈਆਂ, ਨਜ਼ਰੀਆ ਅਜੇ ਸਮਾਜ ਦਾ ਬਦਲਿਆ ਨਹੀਂ ਹੈ।
ਨੀਨੂ ਬਹੁਤ ਸ਼ੁਕਰੀਆ ਤੁਹਾਡਾ ਸਾਨੂੰ ਟਾਈਮ ਦੇਣ ਲਈ ਫਿਰ ਵੀ ਤੁਹਾਡੇ ਨਾਲ ਗੱਲਬਾਤ ਹੁੰਦੀ ਰਹੇਗੀ ਥੈਂਕ ਯੂ ਸੋ ਮਚ Thank you, Jasmine, and happy International Women's Day Same to you. You're Same doing to you. amazing work, and I'm proud of you. ਥੈਂਕ ਯੂ ਸੋ ਮਚ ਨੀਨੂ All the best. ਬਾਏ ਰੋਸ਼ਨੀ ਪ੍ਰੋਗਰਾਮ ਸੁਣ ਰਹੇ ਜੀ ਤੁਸੀਂ ਜੈਸਮਿਨ ਦੇ ਨਾਲ ਅੱਜ ਕਰ ਰਹੇ ਹਾਂ ਇੰਟਰਨੈਸ਼ਨਲ ਵਿਮਨਸ ਡੇ ਤੇ ਕੁਝ ਖਾਸ ਔਰਤਾਂ ਨਾਲ ਗੱਲਬਾਤ ਜਿਨ੍ਹਾਂ ਨੇ ਆਪਣੀ ਕਮਿਊਨਿਟੀ ਦੇ ਵਿੱਚ ਕੁਝ ਐਸੀਆਂ ਪੈੜਾਂ ਪਾਈਆਂ ਕੁਝ ਐਸੇ ਬਿਜ਼ਨਸ ਕੀਤੇ ਜਿਨ੍ਹਾਂ ਦੇ ਵਿੱਚ ਹਮੇਸ਼ਾ ਇਹ ਕਿਹਾ ਜਾਂਦਾ ਸੀ ਕਿ ਮਰਦ ਪ੍ਰਧਾਨ ਸਮਾਜ ਤਾਂ ਅਸੀਂ ਹਮੇਸ਼ਾ ਸੁਣਦੇ ਹਾਂ ਲੇਕਿਨ ਮਰਦ ਪ੍ਰਧਾਨ ਬਿਜ਼ਨਸ ਵੀ ਹੁੰਦਾ ਸੋ ਉਹਦੇ 'ਚ ਮੇਲ ਡੋਮੀਨੇਟ ਕਰ ਰਹੇ ਸੀ ਜਿਹੜੇ ਮੇਰੇ ਅਗਲੇ ਗੈਸਟ ਨੇ ਉਹਨਾਂ ਨੇ ਵੀ ਇੱਕ ਬਹੁਤ ਹੀ ਵੱਡੀ ਮਿਸਾਲ ਕਾਇਮ ਕੀਤੀ ਹੈ ਮੇਰੇ ਨਾਲ ਮਨਜੀਤ ਮਿਨਹਾਸ ਨੇ ਜਿਹੜੇ ਕੋ-ਫਾਊਂਡਰ ਐਂਡ ਕੋ-ਓਨਰ ਨੇ ਮਿਨਹਾਸ ਬਰਿਊਰੀ ਡਿਸਟਿਲਰੀ ਐਂਡ ਵਾਈਨਰੀ ਦੇ ਔਰ ਇੱਕ ਐਸਾ ਬਿਜ਼ਨਸ ਜਿਹਦੇ 'ਚ ਮੇਲ ਡੋਮੀਨੇਟ ਕਰਦੇ ਸੀ ਮਨਜੀਤ ਨੇ ਕਿਸ ਤਰ੍ਹਾਂ ਚੈਲੰਜਸ ਨੂੰ ਬੈਰੀਅਰਸ ਨੂੰ ਤੋੜ ਕੇ ਇੱਕ ਮੁਕਾਮ ਹਾਸਲ ਕੀਤਾ ਇੱਕ ਆਪਣੀ ਵੱਖਰੀ ਪਹਿਚਾਣ ਬਣਾਈ ਮਨਜੀਤ ਦੇ ਹੀ ਮੂੰਹੋਂ ਸੁਣਾਂਗੇ ਇੱਕ ਤੁਹਾਨੂੰ ਹੋਰ ਦੱਸਦੇ ਹਾਂ ਕਿ ਇਹ ਜਿਹੜੇ ਲਾਸਟ ਈਅਰ ਦੇ ਇਹਨਾਂ ਦੇ ਰੈਵਨਿਊ ਦੀ ਗੱਲ ਕਰਦੇ ਹਾਂ 220 ਮਿਲੀਅਨ ਲਾਸਟ ਈਅਰ ਦਾ ਰੈਵਨਿਊ ਰਿਹਾ ਤੇ 90 ਬ੍ਰਾਂਡਸ ਆਫ ਬੀਅਰ ਸਪਿਰਿਟਸ ਲਿਕਵਿਡਸ ਵਾਈਨਸ ਇਹਨਾਂ ਦੇ 5 ਪ੍ਰੋਵਿੰਸਸ ਦੇ ਵਿੱਚ ਵੇਚੇ ਜਾਂਦੇ ਨੇ ਤੇ ਨਾਲ ਦੀ ਨਾਲ USA ਦੇ ਵਿੱਚ ਤੇ 16 ਹੋਰ ਦੇਸ਼ਾਂ ਦੇ ਵਿੱਚ ਦੀਆਂ 47 ਸਟੇਟਸ ਦੇ ਵਿੱਚ ਇਹਨਾਂ ਦਾ ਜਿਹੜਾ ਬਿਜ਼ਨਸ ਹੈ ਉਹ ਚੱਲਦਾ ਹੈ ਔਰ ਇੱਕ ਐਸਾ ਬਿਜ਼ਨਸ ਜਿਹਨੂੰ ਅਸੀਂ ਕਹਿ ਦਿੰਦੇ ਨਾ ਸ਼ਰਾਬ ਦਾ ਬਿਜ਼ਨਸ ਜਿਹਦੇ ਵਿੱਚ ਹਮੇਸ਼ਾ ਸੋਚਿਆ ਜਾਂਦਾ ਹੈ ਕਿ ਕੋਈ ਮਰਦ ਹੋਏਗਾ ਲੇਕਿਨ ਮਨਜੀਤ ਨੇ ਇੱਕ ਨਵੀਂ ਪਿੜ ਪਾਈ ਇੱਕ ਨਵੀਂ ਪੈੜ ਪਾਈ ਮਨਜੀਤ ਨਾਲ ਗੱਲ ਕਰਦੇ ਹਾਂ ਬਹੁਤ ਸਵਾਗਤ ਮਨਜੀਤ ਮਿਨਹਾਸ ਤੁਹਾਡਾ ਰੋਸ਼ਨੀ ਪ੍ਰੋਗਰਾਮ ਦੇ ਵਿੱਚ Thank you for having me. ਮਨਜੀਤ ਪਹਿਲਾਂ ਤਾਂ ਹੈਪੀ ਇੰਟਰਨੈਸ਼ਨਲ ਵਿਮਨਸ ਡੇ Yes, ਤੁਹਾਨੂੰ ਵੀ ਥੈਂਕ ਯੂ ਓਕੇ ਮਨਜੀਤ ਮੈਨੂੰ ਇਹ ਦੱਸੋ ਕਿ ਪਹਿਲੀ ਗੱਲ ਤਾਂ ਜਦੋਂ ਆਪਾਂ ਕਰਦੇ ਹਾਂ ਕਿ ਬਿਜ਼ਨਸ ਕਰਨਾ ਹੀ ਈਜ਼ੀ ਨਹੀਂ ਹੁੰਦਾ ਦੂਸਰੀ ਗੱਲ ਇੱਕ ਔਰਤ ਦਾ ਬਿਜ਼ਨਸ ਕਰਨਾ ਤੇ ਉਸ ਤੋਂ ਵੀ ਉੱਪਰ ਜਦੋਂ ਆਪਾਂ ਲਿਕਰ ਬਿਜ਼ਨਸ ਦੀ ਗੱਲ ਕਰਦੇ ਹਾਂ ਜਦੋਂ ਤੁਸੀਂ ਸ਼ੁਰੂ ਕੀਤਾ ਲਿਕਰ ਬਿਜ਼ਨਸ ਉਦੋਂ ਕਿੰਨਾ ਕੁ ਹਾਰਡ ਸੀ ਔਰ ਕਿਸ ਤਰ੍ਹਾਂ ਦੇ ਚੈਲੰਜਸ ਸੀ ਜੇ ਮੈਂ ਚੈਲੰਜਸ ਦੀ ਗੱਲ ਕਰਾਂ ਖਾਸ ਤੌਰ ਤੇ ਕਿਸ ਤਰ੍ਹਾਂ ਦੇ ਚੈਲੰਜਸ ਤੁਸੀਂ ਫੇਸ ਕੀਤੇ ਤੇ ਕੀ ਪਰਸੈਪਸ਼ਨ ਸੀ ਲੋਕਾਂ ਦੀ ਤੁਹਾਡੇ ਪ੍ਰਤੀ ਮੈਂ ਪੜ੍ਹ ਰਹੀ ਸੀ ਤੁਹਾਡੇ ਬਾਰੇ ਕਿ ਜਦੋਂ ਤੁਸੀਂ ਲਾਸ ਵੇਗਸ ਦੀ ਕਨਵੈਨਸ਼ਨ ਲਗਾ ਕੇ ਵਾਪਸ ਆਏ ਸੀ ਉਦੋਂ ਦਿਲੋਂ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਸੀ ਕਿ ਆਈ ਕੈਨ ਡੂ ਐਵਰੀਥਿੰਗ ਜਦੋਂ ਮੈਂ ਸ਼ੁਰੂ ਕੀਤਾ ਸੀਗਾ ਥੈਂਕ ਯੂ ਫॉर ਹੈਵਿੰਗ ਦ ਕਨਵਰਸੇਸ਼ਨ ਪਹਿਲਾਂ ਤਾਂ ਥੈਂਕ ਯੂ ਇਟਸ ਵੈਰੀ ਇੰਪੋਰਟੈਂਟ ਕਿ ਅਸੀਂ ਬਾਕੀ ਸਾਰੀਆਂ ਔਰਤਾਂ ਤੇ ਬੰਦਿਆਂ ਨੂੰ ਸਟੋਰੀਜ਼ ਗੱਲ ਕਰਦੇ ਹਾਂ ਕਿ what's your journey ਤੇ how have you gotten to where you are today ਤੇ journey ਖਤਮ ਤਾਂ ਨਹੀਂ ਹੋਈ ਮੇਰੀ ਹਾਲੇ ਚੱਲ ਰਹੀ ਹੈ but it's important to reflect ਕੀ ਹੋਇਆ ਸੀਗਾ ਪਹਿਲਾਂ ਤੇ ਕਿੱਦਾਂ ਹੋਈ ਆ and ਮੇਰੀ entrepreneurship ਦੀ journey start ਹੋਈ ਸੀਗੀ ਜਦੋਂ ਮੈਂ 19 ਸਾਲਾਂ ਦੀ ਸੀਗੀ ਤੇ ਮੈਂ engineering ਪੜ੍ਹ ਰਹੀ ਸੀਗੀ so my dad is an engineer also I'm the oldest ਮੇਰੇ brother 1.5 ਸਾਲ ਛੋਟੇ ਹੈ ਮੇਰੇ ਨਾਲੋਂ and ਮੈਂ ਕਦੇ ਨਹੀਂ ਸੀ ਸੋਚਿਆ ਕਿ ਮੈਂ ਇਹ ਨਹੀਂ ਕਰ ਸਕਦੀ ਉਹ ਨਹੀਂ ਕਰ ਸਕਦੀ because I'm a girl ਸਾਡੇ ਘਰ ਦੇ ਵਿੱਚ ਕੋਈ ਨਹੀਂ ਸੀ ਏਦਾਂ ਕਹਿੰਦਾ including my mom and dad ਕਿ ਤੂੰ engineering ਨਹੀਂ ਪੜ੍ਹ ਸਕਦੀ ਤੂੰ ਸ਼ਰਾਬ ਦੇ ਬਿਜ਼ਨਸ ਨਹੀਂ ਵਿੱਚ ਪੈ ਸਕਦੀ ਤੂੰ ਆ ਨਹੀਂ ਕਰ ਸਕਦੀ travel ਨਹੀਂ ਕਰ ਸਕਦੀ ਵਿਆਹ ਨਹੀਂ ਕਰ ਸਕਦੀ ਉਹ ਨਹੀਂ ਕਰ ਸਕਦੀ because ਤੂੰ woman ਆ so I think that's the most important ਚੀਜ਼ ਤੇ confidence ਆਪਣੇ ਵਿੱਚ ਹੁੰਦਾ because ਤੁਸੀਂ ਤੁਹਾਡੇ ਕੋਲ support system ਹੈਗਾ ਕਿ ਦੱਸਣ ਨੂੰ ਕਿ ਇਹ ਵੀ ਠੀਕ ਆ ਉਹ ਵੀ ਠੀਕ ਆ ਜੋ ਤੁਸੀਂ ਕਰਨਾ ਮੰਗਦੇ ਆ ਤੁਸੀਂ ਕਰ ਸਕਦੇ ਆ ਤੇ ਅਸੀਂ ਤੁਹਾਡੇ ਨਾਲ ਆ and it is very important because ਕਿਸੇ ਨੂੰ ਕੋਈ ਕਦੇ ਨਹੀਂ ਪਤਾ ਹੁੰਦਾ ਕਿ ਕੱਲ ਨੂੰ ਕੀ ਹੋਣਾ and what kind of journey ਤੇ ਕਿੱਦਾਂ ਦੇ ਲੋਕੀ ਮਿਲਨੇ ਆ on the journey with you and so ਜਦੋਂ ਮੈਂ ਸ਼ੁਰੂ ਕੀਤਾ ਸੀਗਾ ਰਵਿੰਦਰ ਨਾਲ ਮੈਂ ਵੱਡੀ ਸੀਗੀ and it was important ਕਿ I was taking on a lot of the risks and the challenges to start this new business and ਜਦੋਂ ਅਸੀਂ ਸੋਚਿਆ ਸੀਗਾ ਅਸੀਂ ਇਹ ਕਰਨਾ ਅਸੀਂ ਦੇਖਿਆ ਤਾਂ ਸੀਗਾ ਸਾਰੇ ਪਾਸੇ ਇਸ ਕੰਟਰੀ ਦੇ ਵਿੱਚ ਕੈਨੇਡਾ ਦੇ ਵਿੱਚ US ਦੇ ਵਿੱਚ ਕਿ ਕੋਈ ਨਹੀਂ ਸੀ ਸਾਡੇ ਵਾਂਗੂ ਛੋਟੀ ਜਿਹੀ ਫੈਮਿਲੀ ਬਿਜ਼ਨਸ ਨਾ ਆਪਣੇ ਨਾ ਯੰਗ ਸੀਗੇ but it didn't deter us ਅਸੀਂ ਸੋਚਿਆ ਅਸੀਂ ਬ੍ਰਾਂਡ ਆਪਣੇ ਲੈ ਕੇ ਆਉਣੇ ਆ ਬਣਾਉਣੇ ਆ but we're going to do it the way we want to do it not like ਬਾਕੀਆਂ ਨੇ ਕਰਨਾ and so I think that's important to know ਕਿ ਜਿਹੜੀ ਆਪਣੀ ਡ੍ਰੀਮ ਹੁੰਦੀ ਆ ਬਾਕੀਆਂ ਨੂੰ ਦੇਖ ਕੇ ਨਾ ਕਰੋ ਤੁਸੀਂ ਆਪਣੀ ਡ੍ਰੀਮ ਸੋਚ ਕੇ ਕਰੋ ਕਿ ਤੁਸੀਂ ਕੀ ਕਰਨਾ and I think ਅਸੀਂ ਕਈ ਵਾਰੀ ਅਸੀਂ ਜ਼ਿਆਦਾ ਦੇਖਦੇ ਆ ਬਾਕੀ ਕੀ ਕਰਦੇ ਆ not what they think of what we're doing not what we want to do ਅੱਛਾ ਮਨਜੀਤ ਜਦੋਂ
ਤੁਹਾਨੂੰ ਨੈਚੁਰਲੀ ਬਾਰ ਟੂ ਬਾਰ ਵੀ ਜਾਣਾ ਪੈਂਦਾ ਸੀ, ਕਦੇ ਘਬਰਾਹਟ ਹੋਈ, ਕਦੇ ਤੁਸੀਂ ਨਰਵਸਨੈਸ ਫੀਲ ਕੀਤੀ ਕਿ ਮੈਂ ਬੰਦਿਆਂ ਦੇ ਨਾਲ ਮੈਨ ਨਾਲ ਕਿਸ ਤਰ੍ਹਾਂ ਡੀਲ ਕਰਾਂਗੀ, ਕਦੇ ਇਸ ਤਰ੍ਹਾਂ ਦੀ ਸਿਚੁਏਸ਼ਨ ਆਈ ਲਾਈਫ ਦੇ ਵਿੱਚ? Hanji, so I had decided कि मैं नहीं restaurants and bars पे जाना, मैं सिर्फ chains पे जाऊंगी, because we were doing retail liquor. मैं government पे जाऊंगी, so hanji जरूर all the time मैं ਜਦੋਂ ਮੈਂ ਅੰਦਰ ਜਾਂਦੀ ਹੁੰਦੀ ਸੀ ਉਹ ਸੋਚਦੇ ਸੀਗੇ, usually they were buyers, ਬੰਦੇ ਹੁੰਦੇ ਸੀਗੇ ਸੋਚਦੇ ਸੀਗੇ ਕਿ ਮੈਂ beer pour ਕਰਕੇ ਚੱਲ ਜਾਣਾ, ਮੈਂ taster ਕੁੜੀ ਹੋਣੀ ਹੈ, ਮੈਂ sales rep ਹੋਣੀ ਹੈ, ਮੈਂ owner ਨਹੀਂ ਸੀ ਹੋ ਸਕਦੀ। so ਹਾਂਜੀ ਪਹਿਲਾਂ ਤਾਂ ਬਹੁਤ ਹੀ ਦੁੱਖ ਲੱਗਦਾ ਸੀਗਾ ਕਿ ਜਦੋਂ ਰਵਿੰਦਰ ਨਾਲ ਗੱਲ ਕਰੋਗੇ ਜਾਂ ਕਹੋਗੇ ਮੂੰਹ ਜਵਾਨੀ ਕਹਿ ਦਿੰਦੇ ਸੀਗੇ ਕਿ ਕੋਈ ਹੋਰ ਆ ਰਿਹਾ ਦੱਸਣ ਨੂੰ। and so ਮੈਂ lots of times ਮੈਂ ਬਾਹਰ ਜਾ ਕੇ ਗੱਡੀ ਦੇ ਵਿੱਚ ਬਹੁਤ ਰੋਈ। ਮਤਲਬ ਐਕਸਪੈਕਟ ਕਰਦੇ ਸੀ ਕਿ ਕੋਈ ਮੇਲ ਆਏਗਾ ਇਸ ਤੋਂ ਬਾਅਦ ਸ਼ਾਇਦ ਨੈਗੋਸ਼ੀਏਟ ਕਰਨ। ਹਾਂਜੀ ਪਹਿਲਾਂ ਤਾਂ ਬਹੁਤ ਡਿਫਿਕਲਟ ਸੀਗੀ, ਮੈਂ ਐਬਸੋਲੂਟਲੀ ਮੈਂ ਬਹੁਤ ਰੋਈ, ਮੈਂ ਬਹੁਤ ਗੁੱਸੇ ਹੋਈ, ਬਹੁਤ ਚੀਜ਼ਾਂ ਹੋਈਆਂ। ਫਿਰ ਮੈਂ ਐਂਡ ਦੇ ਵਿੱਚ ਸੋਚਿਆ ਥੋੜੇ ਮਹੀਨੇ ਬਾਅਦ ਪਹਿਲਾਂ ਕਿ ਜੇ ਮੈਂ ਇਹ ਕਰਨਾ I have to have a really tough skin, ਕਿ I have to determine ਕਿ ਜੇ ਮੈਂ ਇਹ ਕਰਨਾ I better make sure ਕਿ I know everything, I have the best presentation, ਮੈਂ time ਤੇ ਹੋਵਾਂ, ਮੈਂ ਜੋ ਚੀਜ਼ਾਂ ਮੈਂ ਕੰਟਰੋਲ ਕਰ ਸਕਦੀ ਹਾਂ ਮੈਂ ਉਹ ਕਰਾਂ, and ਬਾਕੀ ਤਾਂ that's up to the buyer ਕਿ ਉਹ ਮੇਰੀ ਸ਼ਰਾਬ ਲੈਣੀ ਹੈ ਕਿ ਨਹੀਂ ਉਹਨਾਂ ਨੇ। and so I think that it's important ਕਿ you can understand ਕਿ ਜੋ ਤੁਹਾਡੇ ਕੰਟਰੋਲ ਦੇ ਵਿੱਚ ਚੀਜ਼ਾਂ ਹੈਗੀਆਂ ਤੁਸੀਂ ਉਹ ਕਰਦੇ ਆ with the most amount of work, and you do yourself proud, and I think you do your best, and ਉਸ ਤੋਂ ਬਾਅਦ ਤਾਂ ਤੁਹਾਡੇ ਕੰਟਰੋਲ ਦੇ ਵਿੱਚ ਕਈ ਚੀਜ਼ਾਂ ਹੈ ਨਹੀਂ, and that's okay. yes ਅੱਛਾ, ਤੁਸੀਂ ਗੱਲ ਕੀਤੀ ਹੈ ਕਿ ਘਰ ਦੇ ਵਿੱਚ ਬੜਾ ਅੱਛਾ ਸਪੋਰਟ ਸਿਸਟਮ ਸੀਗਾ, ਤੁਹਾਡੇ ਘਰ 'ਚ ਕੋਈ ਇੱਦਾਂ ਦਾ ਨਹੀਂ ਹੋਇਆ ਜੈਂਡਰ ਬੇਸਡ ਰੋਲਸ ਜਿਵੇਂ ਡਿਵਾਈਡ ਕੀਤੇ ਜਾਂਦੇ ਨੇ, ਇੱਦਾਂ ਤਾਂ ਨਹੀਂ ਕਿਸੇ ਨੇ ਕਿਹਾ ਪੇਰੈਂਟਸ ਦੇ ਵਿੱਚੋਂ ਜਾਂ ਫਰੈਂਡਸ ਐਂਡ ਫੈਮਿਲੀ 'ਚੋਂ ਕਿ ਤੂੰ ਕੁੜੀ ਹੈ ਮਨਜੀਤ, ਤੂੰ ਆਫਿਸ ਸੰਭਾਲ ਲੈ ਤੇ ਜਿਹੜਾ ਬ੍ਰਦਰ ਹੈ ਜਿਹੜਾ ਉਹ ਸੇਲਸ ਸੰਭਾਲ ਲਏਗਾ? ਨਹੀਂ, ਏਦਾਂ ਦੀ ਗੱਲ ਸਾਡੇ ਘਰ 'ਚ ਕਦੀ ਨਹੀਂ ਹੋਈ, ਨਾ ਸਾਡੇ ਆਫਿਸ ਦੇ ਵਿੱਚ ਹੋਈ ਹੈ। and I think ਕਿ that is very different, I know, in my experience compared to a lot of other women. And I think that is definitely something that I am very fortunate to have had. And I do that now for a lot of other women, especially apniyan kudiyan ਜਿਹੜੀਆਂ ਮੰਗਦੀਆਂ to get into business, to start their own business, or to have a career, ਜਿਹੜੇ ਆਪਣੇ ਉਹਨਾਂ ਦੇ ਮਾਪੇ ਜਾਂ ਭਰਾ ਭੈਣ ਜਾਂ husband ਨਹੀਂ ਦੇਖ ਸਕਦੇ ਕਿ ਉਹ ਕਰ ਸਕਦੇ ਆ, and it's harder ਜਿੱਦਾਂ ਉਮਰ ਹੋਈ ਜਾਂਦੀ ਹੈ or nanny ਜੇ ਤੁਹਾਡੇ ਕੋਲ ਹੈਗੀ ਹੈ, it's harder to do that. and so it is something ਕਿ support ਚਾਹੀਦੀ ਹੁੰਦੀ ਹੈ ਜਾਂ family ਤੋਂ ਜਾਂ ਬਾਹਰਲਿਆਂ women ਤੋਂ, and I think that it's important ਕਿ we all have mentors around us that we can go to them, advice ਪੁੱਛੀਏ, ਉਹਨਾਂ ਨੂੰ ਦੱਸੀਏ ਕਿ ਅਸੀਂ ਮੰਗਦੇ ਕੀ ਆ, introduction ਕਰ ਸਕਦੇ ਆ, ਕਈ ਵਾਰੀ ਪੈਸੇ ਵੀ ਲੋਨ ਕਰ ਸਕਦੇ, ਇਨਵੈਸਟ ਵੀ ਕਰ ਸਕਦੇ ਸਾਡੇ ਬਿਜ਼ਨਸ ਦੇ ਵਿੱਚ। and it's important ਕਿ ਅਸੀਂ ਸਾਰੇ we just don't do it in the men in our community, we do it in the women also, because they have a lot of different talents and skills and ideas also, and it's important to show ਸਾਡੇ ਕੋਲ ਦੋ ਕੁੜੀਆਂ ਆ, and I think it's so important to show them ਕਿ just as my husband or my brother or my father can do, me and my sister-in-laws and their cousins can do, and whether it be education ਦੇ ਪਿੱਛੇ ਜਾਂ business ਦੇ ਪਿੱਛੇ ਜਾਂ career ਦੇ ਪਿੱਛੇ। and I think it's if they don't see that in front of them ਕਿ ਉਹ ਕਿੱਦਾਂ ਕਰ ਸਕਦੇ ਆ, if they don't see that it's possible. yes ਮਨਜੀਤ, ਜਿਹੜੀਆਂ ਯੰਗ ਐਂਟਰਪ੍ਰੀਨਿਓਰਸ ਨੇ ਇਸ ਟਾਈਮ ਜੋ ਸਟਰਗਲ ਕਰ ਰਹੀਆਂ ਹੈ ਜਾਂ ਜੋ ਕੁਝ ਡਿਫਰੈਂਸ ਕ੍ਰੀਏਟ ਕਰਨਾ ਚਾਹੁੰਦੀਆਂ ਹੈ ਮਨਜੀਤ ਮਿਨਹਾਸ ਵਾਂਗੂ ਸੋਸਾਇਟੀ ਦੇ ਵਿੱਚ, ਉਹਨਾਂ ਲਈ ਕੀ ਮੈਸੇਜ ਹੈ ਤੁਹਾਡਾ? ਮੇਰਾ ਮੈਸੇਜ ਇਹ ਹੈ ਕਿ ਪਹਿਲਾਂ ਤਾਂ ਡ੍ਰੀਮ ਕਰੋ, ਵੱਡਾ ਡ੍ਰੀਮ ਕਰੋ ਕਿ ਤੁਸੀਂ what you want to do, ਲਿਖੋ ਪੇਪਰ ਤੇ ਕਮਿਊਨੀਕੇਟ ਕਰੋ ਸਾਰਿਆਂ ਨਾਲ, ਤੇ most importantly ਤੁਸੀਂ ask for help. ਤੁਸੀਂ go around to people that you admire in your community, people that you don't even know, and reach out and ask for help.
कि अपने आप कोई नहीं कुछ कर सकदा and I think that that's really important मैनू कई पुछदे आ कुड़ियां कि तुसी ऐदां टीवी ते किदां हो सकदे आ तुसी बिजनेस किदां हो सकदे आ you know family किदां ऐदां मैं बोर्ड ते भी बैठनी आ and ऐदां सारा कुछ जेड़ा हुंदा मैं अपने आप नहीं करती बहुत लोग कर भी आ help मेरे husband ते बहुत you know बहुत लोग जेड़े help करदे आ काम ते भी so it's important to understand कि अपने आप सारा कुछ नहीं हुंदा and so you have to have a team and you have to act पर पहली चीज तो यही हुंदी है कि start कुछ करो I think too many people के dream करी जांदे गल्लां करी जांदे पर start नहीं करते it's so important कि तुसी start करो even if you don't have all the answers once you start then you will make mistakes and that's fine but once you start you will figure out what you need to change and what is working and you will figure out a path for yourself Thank you Manjeet thank you so much for your time ਤੁਹਾਡੇ ਨਾਲ ਫੇਰ ਵੀ ਗੱਲਬਾਤ ਕਰਦੇ ਰਹਾਂਗੇ Thank you ਜੀ ਸਤਿ ਸ਼੍ਰੀ ਅਕਾਲ Thank you ਸਤਿ ਸ਼੍ਰੀ ਅਕਾਲ ਇਹ ਸਨ ਮਨਜੀਤ ਮਿਨਹਾਸ ਜਿਹੜੇ ਸਾਡੇ ਨਾਲ ਗੱਲਬਾਤ ਕਰ ਰਹੇ ਸੀ ਉਹਨਾਂ ਦਾ ਇਹ ਕਹਿਣਾ ਕਿ ਡ੍ਰੀਮ ਆਪਣਾ ਇੱਕ ਲੈ ਕੇ ਤੁਰਨਾ ਤੇ ਇਹ ਨਹੀਂ ਕਿ ਤੁਸੀਂ ਸੋਚਦੇ ਰਹੋ ਸੁਪਨਾ ਲੈ ਲਿਆ ਤੇ ਉਹਦੇ ਬਾਰੇ ਸੋਚੀ ਜਾਓ ਕਦੋਂ ਕਰਾਂਗੇ ਨਹੀਂ ਜੇ ਕੋਈ ਸੁਪਨਾ ਲਿਆ ਤਾਂ ਬਸ ਇੱਕ ਕਦਮ ਪੁੱਟ ਲਓ ਉਹਨੂੰ ਪੂਰਾ ਕਰਨ ਵੱਲ ਆਪਣੇ ਆਪ ਹੀ ਜ਼ਿੰਦਗੀ ਦੇ ਵਿੱਚ ਨਵੇਂ ਰਾਹ ਬਣਦੇ ਜਾਣਗੇ ਤੇ ਮੇਰੇ ਅਗਲੇ ਗੈਸਟ ਵੀ ਇਸੇ ਤਰ੍ਹਾਂ ਦੇ ਨੇ ਸ਼ੀਤਲ ਗੁਪਤਾ ਮੇਰੇ ਨਾਲ ਨੇ ਜਿਹੜੇ ਫਾਊਂਡਰ ਤੇ ਓਨਰ ਨੇ ਮਹਾਰਾਣੀ ਜਿਊਲਸ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਜਿਊਲਰੀ ਦੀ ਖਾਸ ਤੌਰ ਤੇ ਡਾਇਮੰਡ ਦੀ ਅਸੀਂ ਕਹਿੰਦੇ ਹਾਂ ਕਿ ਔਰਤ ਦਾ ਜਿਹੜਾ ਬੈਸਟ ਫਰੈਂਡ ਹੈ ਨਾ ਉਹ ਡਾਇਮੰਡ ਹੈ ਲੇਕਿਨ ਵਪਾਰ ਇਹਦਾ ਮਰਦ ਕਰ ਰਹੇ ਨੇ ਬੜੀ ਹਾਸੋਹੀਣੀ ਜੀ ਗੱਲ ਲੱਗਦੀ ਹੈ ਸੋ ਸ਼ੀਤਲ ਕੋਲੋਂ ਜਾਣਾਂਗੇ ਸਾਰੇ ਕੀ ਚੈਲੰਜਸ ਉਹਨਾਂ ਨੇ ਫੇਸ ਕੀਤੇ ਆਪਣੀ ਜ਼ਿੰਦਗੀ ਦੇ ਵਿੱਚ ਔਰ ਮੈਂ ਇਹ ਵੀ ਦੱਸ ਦਿਆਂ ਕਿ ਸ਼ੀਤਲ ਗੁਪਤਾ ਨੂੰ ਕਿਹਾ ਜਾਂਦਾ ਹੈ ਦ ਡਾਇਮੰਡ ਲੇਡੀ ਸੋ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਅੱਜ ਦ ਡਾਇਮੰਡ ਲੇਡੀ ਮੇਰੇ ਨਾਲ ਨੇ ਰੋਸ਼ਨੀ ਪ੍ਰੋਗਰਾਮ ਦੇ ਵਿੱਚ ਸ਼ੀਤਲ ਬਹੁਤ ਸਵਾਗਤ ਹੈ ਤੁਹਾਡਾ थैंक यू सो मच आपने इतनी अच्छी बातें बोली और मैं बहुत ऑनर महसूस कर रही हूँ इस कार्यक्रम में मैं हूँ और थैंक यू सो मच और आई एम वेरी एक्साइटेड टू टॉक थैंक यू शीतल और शीतल आप डायमंड की बात करें या जेम स्टोन्स की या ज्वेलरी की आप मैं कहूँगी कि वर्ल्ड एक्सपर्ट हैं क्योंकि इसीलिए आपको खिताब मिला है द डायमंड लेडी राइट शीतल एक ऐसा बिजनेस जिसमें बहुत सारे चैलेंजेस भी आए होंगे और क्योंकि ये जो बिजनेस जब हम डायमंड की बात करते हैं एक मेल डोमिनेटिंग इंडस्ट्री है डायमंड लेडी आपको कहा जाता है टेक अस थ्रू द स्टोरी जब आपने चैलेंजेस फेस किए कैसे आप उभर कर सामने आए और कैसे ये टाइटल आपने हासिल किया द डायमंड लेडी थैंक यू सो मच आपने जो बात टच की शुरुआत में कि आश्चर्य की बात है कि औरतें डालती हैं ज्वेलरी को लेकिन मेल्स हैं आदमी हैं जो इस इंडस्ट्री को डोमिनेट कर रहे हैं जब हीरो को परखना होता है उस चीज की जो नॉलेज है वो बेसिकली एक काफी पुरानी जनरेशनल बिजनेस है जो आदमी अपने बेटों को सिखाते हैं तो 7, 8, 9, 10 जनरेशन से जो ये क्राफ्ट है ये आदमी अपने बेटों को सिखा रहे हैं इसमें औरतें कभी आई नहीं जब औरतें आती हैं ठीक है कुछ ज्वेलरी डिजाइन में आती हैं या फिर सेल्स लेडीज होती हैं जो औरतें होती हैं लेकिन जो एंटरप्रेन्योर्स होते हैं या इस बिजनेस को चलाने वाले वो सब आदमी हैं तो मैं 26 की थी जब मैं न्यूयॉर्क गई थी और तब मैंने एक कंपनी में काम किया जहां पर हम लार्ज रेयर डायमंड्स के साथ काम करते थे जो 50,000 से लेकर $5 मिलियन तक के डायमंड्स हीरे जो कलर डायमंड जिसको बोलते हैं जो ऑक्शन क्वालिटी के थे लेकिन जब मैं वहां पर पहुंची तो शायद 1 या 2 दूसरी औरतें थीं मेरे साथ बाकी सब ऑर्थोडॉक्स ज्यूइश आदमी थे जो यहाँ तक कि औरतों के साथ एलिवेटर में भी नहीं जाते हैंडशेक तो दूर की बात है और इंडियन आदमी भी बहुत थे वहां पर लेकिन उनको लगता था कि जो औरतें होती हैं इस इंडस्ट्री में सिर्फ सेक्रेटरी होती हैं या फिर मैसेंजर गर्ल्स होती हैं जो डायमंड्स को एक ऑफिस से दूसरी ऑफिस तक पहुंचाती है तो मेरे साथ बिजनेस करना उनके लिए बहुत एक यूनिक एक्सपीरियंस था मुझे शायद 1 साल लग गया अपनी रेपुटेशन बनाने के लिए लेकिन जब उनको लगा कि दिस लेडी इज हियर टू डू बिजनेस तो उनके पास चॉइस नहीं था तो फिर हमने काम शुरू किया और बहुत सक्सेसफुली मैं नॉर्थ अमेरिका का जो बिजनेस चलाया मैंने फिर उसके बाद कुछ ही साल बाद मैंने महारानी ज्वेल्स स्टार्ट किया जब मैंने अपने कनेक्शंस भी बनाए इस इंडस्ट्री में सब लाइक आई सेड आई वाज अ पायनियर अगर हम बीसी में भी देखें या रेस्ट ऑफ कंट्री में देखें जो ज्वेलरी स्टोर्स के ओनर्स हैं वो अभी तक मेल डोमिनेटेड ही हैं तो मेरे लिए इट वाज अ मैटर ऑफ प्राइड कि मैं इस इंडस्ट्री में हूँ बहुत मजेदार इंडस्ट्री है प्राइड वाली इंडस्ट्री है मेरे लिए
और ਸਾਡੇ ਲਈ ਵੀ ਪ੍ਰਾਈਡ ਦੀ ਗੱਲ ਹੈ शीतल कि आप जैसी औरतें इस कम्युनिटी में हैं, हमें भी बहुत सम्मान हासिल होता है। और आज इसीलिए रेड एफएम के इस नारी सम्मान पर हम आपको लेकर आए हैं कि आप बात कर सके, ताकि लोगों को भी थोड़ी मोटिवेशन मिले कि ऐसा कोई काम नहीं जो औरत नहीं कर सकती आज की दुनिया में। आपने बात की कि जब आप जाते थे तो कई बार कई चैलेंजेस आपको फेस करने पड़े। थोड़ा लोगों के नज़रिए की अगर मैं बात करूं तो क्या नज़रिया था लोगों का जब आपके साथ डील करते थे? जब खास तौर पर नेगोशिएशन की बात आती है तो उनको कभी लगता था यार ये तो लड़की है, इसके साथ क्या, इसके साथ तो बहुत जल्दी नेगोशिएट कर लेंगे। इस तरह की चीज़ें भी आपको फेस करनी पड़ी कि जब आपने नेगोशिएट करना शुरू किया तो उनके मन में यही एक भाव आया कि ये तो औरत है, इससे तो हम बड़ी जल्दी कुछ भी करवा सकते हैं? देखिए, जो ये इंडस्ट्री है, जब सब इस इंडस्ट्री के जो मालिक हैं वो आदमी हैं, तो उनको लगता था कि शायद ये मालिक की बेटी होगी या फिर सेक्रेटरी होगी। तो उनके लिए जो नजरिया था वो ये था कि औरत हमारे साथ कंधे पे कंधे मिलाकर नहीं काम कर सकती, क्योंकि उस पॉइंट तक कोई औरत थी ही नहीं। तो अब बात ये है कि नजरिया चेंज होने की बात है कि चलो शुरुआत तो की मैंने, तो उनके साथ जब उन्होंने रियलाइज किया कि मैं बिजनेस करने के लिए ही आई हूँ और मेरे पास वो इन्वेंट्री है, वो प्रोडक्ट्स हैं जो वो चाहते हैं, तब उनको अपना नजरिया फोर्स करके चेंज करना। वाओ, गुड। तो हमारे लिए एज वुमेन हमें जरूरी ये है कि हमें इंटिमिडेट इसलिए नहीं होना चाहिए कि औरतें उस इंडस्ट्री में नहीं है, पर ये सोचना चाहिए कि एज अ औरत मैं इस चीज में क्या वैल्यू ऐड कर रही हूँ। एक औरत होकर मैं उस प्रोडक्ट को सेल करूं, वो बहुत आसान है क्योंकि मैं औरत हूँ। Yes. एक आदमी कैसे ज्वेलरी बेच सकता है जब एक औरत ने ही खरीदना है उसको? तो मेरे लिए वो लगा कि वो एसेट है। और मैंने कभी उस नजरिए से नहीं देखा कि मेरे लिए चैलेंज है इन अ नेगेटिव वे। मैंने उस चैलेंज को पॉजिटिवली लिया। और नो डाउट आपने बहुत ऐसे लोगों के साथ भी काम किया। मैं कहूंगी कि जो टिपिकली ओल्ड स्कूल मेल डीलर्स के साथ भी आपने बहुत पावरफुल कनेक्शंस बनाए और कभी डरी नहीं आप? जी, डरी नहीं। आप सोचिए कि एक एक हीरा जब $2-3 मिलियन का हो और उस चीज को बेचना और ऐसे डीलर्स के साथ काम करना जो वहां से 50 साल से उस इंडस्ट्री में काम कर रहे हैं, और वो भी साथ साथ मर्दों के साथ, तो उनको मेरे लिए सीरियसली लेना बहुत मुश्किल है। एक बहुत ही एक कंप्लीटली डिफरेंट माइंडसेट उनको क्रिएट करना पड़ा। लेकिन हुआ, मैंने चेंजेस देखी। 1 साल लगा, लेकिन उस 1 साल के बाद बहुत मेरे कनेक्शंस बने और बहुत प्यार मिला मुझे और बहुत रिस्पेक्ट भी मिली। वेरी गुड। अच्छा, कुछ अगर मैं क्वालिटीज की बात करूं, जैसे हम हीरे की क्वालिटीज की बात करते हैं, डायमंड की क्वालिटीज तो कहते हैं ना 4 C's होते हैं उसमें, राइट? तो वो 4 C's कलर, कैरेट, क्लैरिटी एंड कट, राइट? लेकिन अगर हम बात करें, मैं आपसे ये पूछूं कि वो कौन सी क्वालिटीज हैं जो आपको लगता है आज की नारी में होनी चाहिए कि वो अपने आप को एक आइकॉन बना सके सोसाइटी में और एक डायमंड की तरह शाइन कर सके? क्या वो क्वालिटीज आप देखती हैं यंग वुमेन को? क्या कहेंगी, क्या क्वालिटीज होनी चाहिए? देखिए, सबसे पहले चीज मैं यही बोलना चाहूंगी कि हर औरत को इंडिपेंडेंट होना चाहिए। जब औरत को पता है कि जो मेरी खुशी है, मेरा सक्सेस मेरे हाथ में है, तो वो कभी किसी के ऊपर डिपेंडेंट नहीं होती। नंबर 2, कॉन्फिडेंस। कॉन्फिडेंस होना चाहिए कि मुझे कॉन्फिडेंस ये था कि जो मेरी एजुकेशन थी, मैं जियोलॉजिस्ट हूँ, ज्वेलरी डिजाइनर हूँ, कि मैंने जो भी एजुकेशन पाई है वो मुझे इस एरिया में एक्सपर्ट बनाती है। मैंने जो कंपनीज के साथ काम किया, मैंने वो सब ट्रेनिंग ली अपने आप को कॉन्फिडेंट बनाने में कि मैं वाकई में क्यों किसी से कम रहूं, राइट? मेरे पास वो सारी क्वालिफिकेशंस है, एक्सपीरियंस है। तो एक तो जिसको हम बोलते हैं इंडिपेंडेंस, एक दूसरी चीज होती है कॉन्फिडेंस। जब वो चीज आती है तो फिर जो इंटेग्रिटी होती है वो भी साथ साथ में बहुत जरूरी है कि जो हम काम कर रहे हैं, क्या रीजन है कि हम वो काम कर रहे हैं। मेरे लिए एक पैशन था, मेरे लिए एक इम्पोर्टेंस था कि जो चीज है मैं उसको प्रॉपरली एजुकेट करूं लोगों को 4 C's के बारे में, क्वालिटी के बारे में। तो लाइक आई सेड, आई वुड से इंडिपेंडेंस, कॉन्फिडेंस और इंटेग्रिटी होनी चाहिए। शीतल, क्या मैसेज देना चाहेंगी जो आपको सुन रहे हैं, क्योंकि आप एक ऐसे बिजनेस में थी जहां आपने एक मुकाम बनाया, और मैं बार बार, इसीलिए मुझे बहुत अच्छा लग रहा है आपका नाम द डायमंड लेडी, राइट? तो जो औरतें सच में डायमंड की तरह शाइन करना चाहती हैं, किसी वजह से डर रही हैं या उनको शाइन नहीं करने दिया जा रहा, उनके लिए क्या मैसेज? देखिए, जो मैंने शुरुआत की थी, ऐसी बात नहीं कि मुझे डर नहीं लगा। डर लगा, लेकिन मेरे को अपने हुनर में कॉन्फिडेंस था। मैं बस यही बोलूंगी कि डर किस चीज का,
क्यों डरेंगी? बस कॉन्फिडेंस से कदम उठाइए। बहुत डिमांड है इस कम्युनिटी में, इस मार्केट प्लेस में स्ट्रॉन्ग एंटरप्रेन्योर्स की। आप मेहनत करोगे, आप कॉन्फिडेंस से काम करोगे तो आप ऑफ कोर्स सक्सेसफुल होंगे, लेकिन सिर्फ सोच तक ना रहिए, एक एक्शन लेना बहुत जरूरी है। सो अगर माइंड में एक अच्छा आइडिया है और कॉन्फिडेंस है आपके पास, तो प्लीज जस्ट कीप मूविंग फॉरवर्ड। ਥੈਂਕ ਯੂ ਸੋ ਮਚ ਸ਼ੀਤਲ ਦ ਡਾਇਮੰਡ ਲੇਡੀ। ਹੁਣ ਤੁਹਾਡੇ ਤੋਂ ਇਜਾਜ਼ਤ ਲੈਣੇ ਆ, ਲੇਕਿਨ ਫੇਰ ਜ਼ਰੂਰ ਫਿਊਚਰ ਦੇ ਵਿੱਚ ਗੱਲਬਾਤ ਕਰਦੇ ਰਵਾਂਗੇ। ਥੈਂਕ ਯੂ ਸੋ ਮਚ ਬਾਏ। ਇਹ ਸਨ ਸ਼ੀਤਲ ਜਿਹੜੇ ਗੱਲਬਾਤ ਕਰ ਰਹੇ ਸੀ ਦ ਡਾਇਮੰਡ ਲੇਡੀ। ਮੈਨੂੰ ਬਹੁਤ ਖੂਬਸੂਰਤ ਨਾਮ ਹੈ ਇਸ ਕਰਕੇ ਲੱਗ ਰਿਹਾ ਕਿਉਂਕਿ ਔਰਤ ਹੈ ਹੀ ਡਾਇਮੰਡ। ਔਰਤ ਕਹਿੰਦੇ ਆ ਨਾ ਕਿ ਹੀਰਾ ਜਿੰਨਾ ਘਿਸਦਾ ਹੈ ਉਨਾ ਜ਼ਿਆਦਾ ਉਹਦੇ 'ਚ ਚਮਕ ਆਉਂਦੀ ਹੈ। ਔਰਤ ਵੀ ਇਸੇ ਤਰ੍ਹਾਂ ਹੀ ਹੈ। ਜਿੰਨਾ ਪ੍ਰੈਸ਼ਰ ਅਸੀਂ ਫੀਲ ਕਰਦੇ ਹਾਂ ਸੋਸਾਇਟੀ ਦੇ ਵਿੱਚ, ਜਿੰਨਾ ਔਰਤ ਕੰਮ ਕਰਦੀ ਹੈ ਉਨਾ ਹੀ ਔਰਤ ਸ਼ਾਈਨ ਵੀ ਕਰ ਸਕਦੀ ਹੈ। ਮਨਜੀਤ ਨੇ ਵੀ ਇਹੀ ਕਿਹਾ, ਸ਼ੀਤਲ ਨੇ ਵੀ ਇਹੀ ਕਿਹਾ। ਗੱਲ ਇਹ ਹੈ ਕਿ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਚਾਹੁੰਦੇ ਹਾਂ, ਉਹਦੇ ਲਈ ਡ੍ਰੀਮ ਦੇਖਣੇ ਤੇ ਉਹਦੇ ਲਈ ਐਕਸ਼ਨ ਲੈਣਾ ਬਹੁਤ 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 ਜ਼ਰੂਰੀ ਹੈ। ਮੇਰੇ ਅਗਲੇ ਗੈਸਟ ਨੇ ਜੇਨ ਐਡਮਸ, ਪ੍ਰੈਜ਼ੀਡੈਂਟ ਐਂਡ CEO ਆਫ ਦ ਸਰੀ ਹਸਪੀਟਲਸ ਫਾਊਂਡੇਸ਼ਨਸ। ਤੇ ਮੈਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਜੇਨ ਨੂੰ ਵਿਮਨਸ ਐਗਜ਼ੈਕਟਿਵ ਨੈਟਵਰਕ ਵੱਲੋਂ ਕੈਨੇਡਾਜ਼ ਮੋਸਟ ਪਾਵਰਫੁਲ ਵਿਮਨ ਟਾਪ 100 ਅਵਾਰਡ ਵਿਨਰਸ ਲਿਸਟ ਦੇ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ। ਜੇਨ, ਕੰਗ੍ਰੈਚੁਲੇਸ਼ਨਸ ਐਂਡ ਹੈਪੀ ਵਿਮਨਸ ਡੇ। Thank you very much, and the same to you and to all your listeners. Thank you. Jane, my first question is, you are CEO of foundation. Do you agree women can do anything? Because women have been known to be effective leaders, or there is still a power inequality in corporate sector? So I do believe women can do anything. And I think we have made great strides. I look at my own family. I mean, my grandmother, they wouldn't accept her at university. Women couldn't go to university. She had to go to normal school, which was a teacher's college in Canada, to become a teacher. My mother went to university and was very well educated. But when she got pregnant, she had to leave her very successful career because women shouldn't take jobs that men could have. She also was referred to as Mrs. Harold Adams, not her own name. Then I came along and I went to university. I was able to keep my own name proudly, and I am the CEO of a nonprofit. And I'm proud to say that my daughter is studying engineering, a very non-traditional female career. And so, you know, when I look at in my lifespan and my family, I see that strides have been made. What I observe is that, and I know you heard earlier from, I think, Dr. Henry and Dr. Lee, we're seeing women in larger numbers take leadership and CEO roles in healthcare organizations, legal organizations, educational organizations. But I would, you'd only have to look at the numbers, whether it's on this side of the border or in the US. Women are not making many strides when it comes to either being in the CEO seat at a corporation or being in the chairperson's seat, or even around the boardroom table. There's some progress at boards. I think we've moved kind of from 10 to 17%, but the seat in the CEO seat in the very large companies, we're not making the strides we should. Yes. Then in the past, it has been seen women just wear title as a feather in their cap, but don't hold the reins that comes with the power. Do you feel this still exists? I do. I think that there are inflated titles out there. And I think when women, or men for that matter, but we're talking about women, when women are offered a title, but it comes with no compensation and effectively no influence, I think we have to consider two things. We have to consider what is it we want and what change do we want to affect? And two, why is it being offered? So presumably, if you're having a discussion with your boss about a title, a senior title, it suggests that you as an individual and a worker, an employee in an organization, that you want to be at a senior level, you want to affect change, and therefore you need influence. And presumably you want to be well compensated for that work that you are going to do, or at least at par with a man. And so, I think it's wise to
to be very forthright. And this could be happening in a publicly traded company, it could be in a nonprofit or in a family business. And so, my advice would be quite forthright with whoever you're having the discussion with. Be clear that the title is nice, but your objective is to affect change and to be compensated for that. And, if possible, change the dialogue. And I guess the other thing is consider why you're being offered, if it's tokenism, if in fact the organization has quite a critical mass of women and you see that there's a legitimate and very concrete things being done to move women into leadership roles, and there's a pipeline of female leaders, then, I think the discussion can be very different if, there are no women anywhere in the organization. Yeah. There have been no policy changes, and you're going to be sort of thrust in at the top with really no supports. And, I think when you're offered these kinds of things, you have to look at it and see, can I affect change from the inside? Or is it better to try and affect change in another organization? But they're big decisions that women have to make. Yes. Jane, what would you like to say to women out there? Your message? I think you're wonderful. You can achieve great things. I think there are two campaigns right now that are underway. One is Stop the Party, yes. Which is about wage parity. Yes. And I think it's concrete and it's great. And I encourage you, if you're a woman in a leader position, to sign up and affect those changes in your organizations. And the other is Choose to Challenge. Yes. So when you're sitting around those tables and people make those gender jokes, or stand up. Women, we're powerful consumers. Use our dollars and our vote. The next time somebody offers to take you to a professional men's hockey game, say, why don't we look at some women's hockey or some women's sports? Buy books written by women. Go to restaurants where the women are the chef. Make choices that support women being moved through an organization and moving into leadership roles. So use your voice, enjoy your power, enjoy International Women's Day. Thank you, Jane. Thank you so much for your time. Thank you very much. Thank you. Thank you. ਇਸਨ ਜੇਨ ਐਡਮਸ, ਪ੍ਰੈਜ਼ੀਡੈਂਟ ਐਂਡ CEO ਆਫ ਦ ਸਰੀ ਹਸਪੀਟਲ ਫਾਊਂਡੇਸ਼ਨ, ਜਿਹੜੇ ਸਾਡੇ ਨਾਲ ਗੱਲਬਾਤ ਕਰ ਰਹੇ ਸੀ। ਸਾਡੇ ਨਾਲ ਫੋਨ ਤੇ ਸਾਨੂੰ ਮੈਸੇਜ ਭੇਜਿਆ ਹੈ ਡਾਕਟਰ ਵਿਕਟੋਰੀਆ ਲੀ ਨੇ, ਜਿਹੜੇ ਪ੍ਰੈਜ਼ੀਡੈਂਟ ਐਂਡ CEO ਹਨ Fraser Health ਦੇ। ਦੇਖਦੇ ਹਾਂ ਉਹਨਾਂ ਨੇ ਸਾਡੇ ਲਿਸਨਰਸ ਵਾਸਤੇ ਕੀ ਮੈਸੇਜ ਦਿੱਤਾ। Hello, Red FM listeners. I'm Dr. Lee, President and CEO of Fraser Health. Thank you for tuning in and for taking time to reflect on International Women's Day. Over the past year, Fraser Health family made up of 40,000 staff, medical staff, and volunteers have come together to prepare and to respond to the global pandemic. Women actually make up 85% of our Fraser Health family, standing at the front lines of the COVID crisis as healthcare workers, as caregivers, innovators, and as leaders. On this important day, International Women's Day, I urge all of you to celebrate the tremendous efforts by women and girls around the world to shape a more equal future and recovery from the pandemic. Thank you. Dr. Victoria Lee ਦਾ ਇਹ ਸੁਨੇਹਾ ਤੁਹਾਡੇ ਤੱਕ ਪਹੁੰਚ ਗਿਆ। ਸੋ ਅੱਜ ਦੇ ਰੋਸ਼ਨੀ ਪ੍ਰੋਗਰਾਮ ਵਿੱਚ ਇੰਨਾ ਹੀ। ਸਾਡੇ ਨਾਲ ਜਿਹੜੇ ਵੀ ਗੈਸਟ ਸਾਡੇ ਸ਼ਾਮਲ ਹੋਏ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ। ਤੇ ਨਾਲ ਦੀ ਨਾਲ ਇਹ ਵੀ ਕਹਾਂਗੀ ਕਿ ਜਿਹੜੀ ਇਹ ਚੂਜ਼ ਟੂ ਚੈਲੰਜ ਦੀ ਗੱਲ ਚੱਲੀ ਹੈ ਜਾਂ ਸੈਲਰੀ ਡਿਸਪੈਰਿਟੀ ਦੀ ਗੱਲ ਚੱਲੀ ਹੈ, ਅਸੀਂ ਬਿਲਕੁਲ ਇਹਦੇ ਨਾਲ ਖੜੇ ਹਾਂ, ਕਿਉਂਕਿ ਔਰਤ ਦੇ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ, ਸਿਰਫ ਇਹ ਨਹੀਂ ਹੈ ਕਿ ਜੈਂਡਰ ਇਕੁਐਲਿਟੀ ਦੀ ਗੱਲ ਹੁੰਦੀ ਹੈ, ਹੋਰ ਵੀ ਬਹੁਤ ਸਾਰੇ ਚੈਲੰਜਸ ਨੇ ਜਿਨ੍ਹਾਂ ਦੀ ਗੱਲ ਆਉਣ ਵਾਲੇ ਫਿਊਚਰ ਦੇ ਵਿੱਚ ਕਰਨੀ ਬਣਦੀ ਹੈ। ਔਰ ਜਿਹੜੇ ਚੂਜ਼ ਟੂ ਚੈਲੰਜ ਜਾਂ ਸੈਲਰੀ ਡਿਸਪੈਰਿਟੀ ਵਰਗੀਆਂ ਗੱਲਾਂ ਸ਼ੁਰੂ ਹੋਈਆਂ ਨੇ, ਜ਼ਰੂਰ ਔਰਤ ਹੋਣ ਦੇ ਨਾਤੇ ਤੁਹਾਨੂੰ ਇਹਨਾਂ ਸਾਰੀਆਂ ਗੱਲਾਂ ਦੇ ਖਿਲਾਫ ਖੜਨਾ ਚਾਹੀਦਾ, ਇਕਜੁੱਟ ਹੋਣਾ ਚਾਹੀਦਾ। ਸੋ ਜੇ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਔਰਤਾਂ ਲਈ ਇੱਕ ਬੜਾ ਇਕੁਅਲ ਸਮਾਂ ਹੋਵੇ, ਅਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹਾਂ, ਲੇਕਿਨ ਉਹਨਾਂ ਗੱਲਾਂ ਨੂੰ ਪੂਰਾ ਤਾਂ ਹੀ ਕੀਤਾ ਜਾ ਸਕਦਾ ਜੇ ਰਲ ਕੇ ਉਹਨਾਂ ਲਈ ਹੰਭਲਾ ਮਾਰਿਆ ਜਾਵੇ। ਅਤੇ ਖਾਸ ਤੌਰ 'ਤੇ ਜੇ ਅਸੀਂ ਮਰਦ ਪ੍ਰਧਾਨ ਸਮਾਜ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਮਰਦਾਂ ਨੂੰ ਵੀ ਇਸ ਚੀਜ਼ ਦੇ ਵਿੱਚ ਔਰਤਾਂ ਦੇ ਨਾਲ ਕੰਟਰੀਬਿਊਟ ਕਰਨਾ ਪਏਗਾ ਕਿ ਹਾਂ, ਜਿਹੜੀਆਂ ਇਹ ਇਨਇਕੁਐਲਿਟੀਜ਼ ਹਨ, ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਤੋੜਿਆ ਜਾਏ। ਨਾਮੁਮਕਿਨ ਕੰਮ ਵੀ ਕਰ ਜਾਂਦੀ, ਅੱਗ ਦਾ ਦਰਿਆ ਵੀ ਤਰ ਜਾਂਦੀ, ਪਾਕ ਪਵਿੱਤਰ ਜਜ਼ਬੇ ਰਾਹੀਂ ਜ਼ਿੰਦਗੀ ਵਿੱਚ ਚਾਨਣ ਭਰ ਜਾਂਦੀ, ਸੂਰਜ ਤੋਂ ਵੱਧ ਤੇਜ ਹੈ ਇਸਦਾ, ਰੱਬ ਤੋਂ ਵੀ ਜਾਵੇ ਸਤਿਕਾਰੀ,
ਜੀਵਨ ਦੀ ਇੱਕ ਆਸ ਹੈ ਨਾਰੀ, ਜ਼ਿੰਦਗੀ ਦਾ ਵਿਸ਼ਵਾਸ ਹੈ ਨਾਰੀ। ਇਹਨਾਂ ਹੀ ਸਤਰਾਂ ਨਾਲ ਅੱਜ ਦਾ ਇਹ ਰੋਸ਼ਨੀ ਪ੍ਰੋਗਰਾਮ ਰੈਪ ਅਪ ਕਰਨ ਦੀ ਮੈਨੂੰ ਦਿਓ ਇਜਾਜ਼ਤ। ਪ੍ਰੋਗਰਾਮ ਵਿੱਚ ਅੱਗੇ ਹੋਰ ਬਹੁਤ ਸਾਰੇ ਇੰਟਰਨੈਸ਼ਨਲ ਵਿਮਨ ਡੇ ਤੇ ਸ਼ਾਮ ਦੇ ਸ਼ੋਅ ਵੀ ਹੋਣਗੇ। ਮਿਸਟਰ ਅਟਵਾਲ ਵੀ ਬਹੁਤ ਸਾਰੇ ਖੂਬਸੂਰਤ ਗੀਤ ਤੁਹਾਡੇ ਲਈ ਲੈ ਕੇ ਆ ਰਹੇ ਨੇ। ਤੁਸੀਂ ਆਉਣ ਵਾਲੇ ਦਿਨਾਂ ਵਿੱਚ ਇਸ ਦੀ ਵੀਡੀਓ ਰਿਕਾਰਡਿੰਗ ਵੀ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਦੇਖ ਸਕੋਗੇ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਸੁਣਨ ਲਈ। ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਨੂੰ ਹੈਪੀ ਇੰਟਰਨੈਸ਼ਨਲ ਵਿਮਨਸ ਡੇ। Red FM